ਅੱਛਾ ਭਾਜੀ ਯਾਰ ਮੈਨੂੰ ਨਾ ਇੱਕ ਗੱਲ ਦੀ ਨਹੀਂ ਸਮਝ ਲੱਗਦੀ ਕਿ ਸਾਡੇ ਮਾਸ਼ਰੇ ਦੇ ਵਿੱਚ ਨਾ ਬੁਰਾਈਆਂ ਬਹੁਤ ਜ਼ਿਆਦਾ ਹੋ ਗਈਆਂ ਨੇ। ਧੋਖਾਬਾਜ਼ੀ, ਫਰੇਬ, ਇੱਕ ਦੂਜੇ ਨੂੰ ਮਤਲਬ ਠੱਗਣਾ, ਮਿਲਾਵਟ ਕਰਨੀ, ਚੀਜ਼ ਦੇ ਪੈਸੇ ਮਤਲਬ ਫੁੱਲ ਲੈ ਲੈਣੇ ਅਤੇ ਚੀਜ਼ ਮਿਲਾਵਟ ਵਾਲੀ ਦੇਣੀ। ਅਤੇ ਇਹ ਮਤਲਬ ਸਾਡੇ ਮਾਸ਼ਰੇ 'ਚ ਬੁਰਾਈਆਂ ਖ਼ਤਮ ਨਹੀਂ ਹੋ ਰਹੀਆਂ। ਅਸੀਂ ਇੱਕ ਪਾਸਿਓਂ ਮਤਲਬ ਪੱਕੇ ਸੱਚੇ ਆਪਣੇ ਆਪ ਨੂੰ ਮੁਸਲਮਾਨ ਵੀ ਸਮਝਦੇ ਹਾਂ ਕਿ ਸਾਡੇ ਵਰਗਾ ਕੋਈ ਹੈ ਹੀ ਨਹੀਂ ਆ ਹੈਂ, ਅਤੇ ਇਬਾਦਤਾਂ ਵੀ ਅਸੀਂ ਕੀਤੀ ਜਾਂਦੇ ਹਾਂ। ਅਤੇ ਦੂਸਰਾ ਅਸੀਂ ਭੈਣ ਭਰਾ ਦਾ ਮਤਲਬ ਕੋਈ ਹੱਕ ਦਾ ਨਹੀਂ ਪਤਾ, ਹੇਰਾ ਫੇਰੀ, ਧੋਖਾਬਾਜ਼ੀ ਉਹ ਵੀ ਅਸੀਂ ਕਰ ਰਹੇ ਹਾਂ। ਅਤੇ ਇਹਦੇ ਬਾਰੇ ਕੀ ਮਤਲਬ ਸਾਡਾ ਮਾਸ਼ਰਾ ਕਿੱਦਾਂ ਠੀਕ ਹੋ ਸਕਦਾ ਵਾ? ਅੱਛਾਈਆਂ ਬੁਰਾਈਆਂ ਤਾਂ ਦੁਨੀਆ ਦੇ ਹਰ ਮੁਆਸ਼ਰੇ 'ਚ ਆ। ਹਾਂਜੀ, ਅੱਛੇ ਲੋਕ ਵੀ ਆ, ਬੁਰੇ ਲੋਕ ਵੀ ਆ। ਅੱਛੇ ਕੰਮ ਵੀ ਕਰਦੇ, ਬੁਰੇ ਕੰਮ ਵੀ ਕਰਦੇ ਆ। ਹਾਂਜੀ, ਲੇਕਿਨ ਜਿੱਥੋਂ ਤੱਕ ਹੈਗਾ ਕਿ ਅਸੀਂ ਬੁਰਾਈਆਂ ਜਿਹੜੀਆਂ ਆਪਦੀਆਂ ਖ਼ਤਮ ਨਹੀਂ ਕਰ ਰਹੇ, ਔਰ ਨਾਲ ਨਾਲ ਤੂੰ ਕਿਹਾ ਕਿ ਅਸੀਂ ਨੇਕੀ ਦਾ ਕੰਮ ਵੀ ਕਰ ਰਹੇ ਹਾਂ। ਦੇਖੋ ਗੱਲ ਇਹ ਆ ਨਹੀਂ ਕਿ ਅਸਲ ਜਿਹੜਾ ਨਾ ਅਗਰ ਅਸੀਂ ਆਪਣੇ ਦੀਨ ਨੂੰ ਸਮਝੀਏ, ਗੌਰ ਕਰੀਏ ਉਹਦੇ 'ਤੇ ਉਹ ਦੋ ਚੀਜ਼ਾਂ ਦਾ ਮਜਮੂਆ ਆਪਣਾ ਜਿਹੜਾ ਦੀਨ ਆ। ਯਾਨੀ ਇੱਕ ਹੈਗਾ ਹਕੂਕੁੱਲਾ ਔਰ ਹਕੂਕੁਲ ਇਬਾਦ। ਹਕੂਕੁੱਲਾ ਦੇ ਵਿੱਚ ਅੱਲਾਹ ਪਾਕ ਨੇ ਸਾਨੂੰ ਬੇਸ਼ੁਮਾਰ ਰਾਇਤਾਂ ਦੇ ਦਿੱਤੀਆਂ, ਯਾਨੀ ਸਾਨੂੰ ਸਹੂਲਤਾਂ ਦੇ ਦਿੱਤੀਆਂ। ਅੱਲਾਹ ਪਾਕ ਨੇ ਕੁਰਾਨ ਮਜੀਦ 'ਚ ਕਿਹਾ ਕਿ ਯਾਨੀ ਮੈਂ ਇੱਕ ਗੁਨਾਹ ਐਸਾ ਹੈਗਾ ਸ਼ਿਰਕ, ਉਹਨੂੰ ਮਾफ़ ਨਹੀਂ ਕਰਨਾ, ਬਾਕੀ ਅੱਲਾਹ ਪਾਕ ਆਪਦੇ ਫਜ਼ਲ ਨਾਲ ਜਿਹਨੂੰ ਚਾਹੂਗਾ ਉਹ ਮਾफ़ ਕਰ ਸਕਦਾ। ਨਮਾਜ਼ ਆ ਸਾਡੇ 'ਤੇ ਫ਼ਰਜ਼ ਆ 5 ਵਕਤ। ਅਗਰ ਕੋਈ ਸ਼ਖਸ ਬਿਮਾਰ ਆ ਉਹ ਬਹਿ ਕੇ ਪੜ੍ਹ ਸਕਦਾ, ਜਾਂ ਅਗਰ ਕੋਈ ਸ਼ਖਸ ਜ਼ਿਆਦਾ ਬਿਮਾਰ ਆ ਉਹ ਲੰਮੇ ਪੈ ਕੇ ਇਸ਼ਾਰੇ ਨਾਲ ਵੀ ਪੜ੍ਹ ਸਕਦਾ। ਰੋਜ਼ੇ ਆ ਅਗਰ ਕੋਈ ਬੰਦਾ ਸਫ਼ਰ 'ਤੇ ਆ ਜਾਂ ਬਿਮਾਰ ਆ ਉਹ ਗਿਣਤੀ ਬਾਅਦ 'ਚ ਪੂਰੀ ਕਰ ਸਕਦਾ, ਬਾਅਦ 'ਚ ਯਾਨੀ ਰੋਜ਼ੇ ਰੱਖ ਸਕਦਾ। ਇਸੇ ਤਰੀਕੇ ਨਾਲ ਜ਼ਕਾਤ ਜਿਹੜੀ ਆ ਉਹ ਮਾਲਦਾਰ ਬੰਦੇ 'ਤੇ ਫ਼ਰਜ਼ ਆ। ਹੱਜ ਆ ਉਹ ਜਿਹੜਾ ਬੰਦਾ ਬੈਤੁੱਲਾ ਸ਼ਰੀਫ ਜਾਣ ਦੀ ਇਸਤਤਾਅਤ ਰੱਖਦਾ ਉਹ 'ਚ ਪੂਰੀ ਜ਼ਿੰਦਗੀ 'ਚ ਇੱਕ ਵਾਰੀ ਹੱਜ ਫ਼ਰਜ਼ ਆ। ਯਾਨੀ ਅੱਲਾਹ ਤਾਲਾ ਨੇ ਸਾਨੂੰ ਰਾਇਤ ਦੇ ਦਿੱਤੀ ਹੈ। ਲੇਕਿਨ ਜਿਹੜੇ ਹਕੂਕੁਲ ਇਬਾਦ ਆ, ਬੰਦਿਆਂ ਦੇ ਹਕੂਕ ਆ, ਉਹਦੇ 'ਚ ਸਾਨੂੰ ਕੋਈ ਰਾਇਤ ਨਹੀਂ। ਹਾਂਜੀ, ਠੀਕ ਹੈ ਜੀ। ਬਿਲਕੁਲ। ਉਹਦੇ ਵਿੱਚ ਇਹ ਆ ਕਿ ਤੁਹਾਡੇ ਹਮਸਾਇਆਂ ਦੇ ਹਕੂਕ, ਬੀਵੀ ਬੱਚਿਆਂ ਦੇ ਹਕੂਕ, ਵਾਲਦੈਨ ਦੇ ਹਕੂਕ, ਤੁਸੀਂ ਕਿਸੇ ਯਤੀਮ ਦਾ ਜਾਂ ਕਿਸੇ ਦਾ ਨਾਹਕ ਮਾਲ ਨਹੀਂ ਖਾ ਸਕਦੇ। ਚੋਰੀ ਚਕਾਰੀ, ਬਦਦਿਆਨਤੀ, ਰਿਸ਼ਵਤ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜਿਹਦੇ ਨਾਲ ਦੂਸਰੇ ਲੋਕਾਂ ਦੇ ਹਕੂਕ ਸਲਬ ਹੁੰਦੇ ਆ, ਉਹਦੇ ਵਿੱਚ ਸਾਨੂੰ ਕੋਈ ਰਾਇਤ ਨਹੀਂ। ਯਾਨੀ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਆਪਣੇ ਦੀਨ ਜਾ ਕੇ ਤੁਸੀਂ ਭੁੱਖ ਨਾਲ ਅਗਰ ਕੋਈ ਬੰਦਾ ਮਰ ਰਿਹਾ ਵਾ ਅਤੇ ਉਹ ਹਰਾਮ ਚੀਜ਼ ਯਾਨੀ ਸੂਰ ਖਾ ਕੇ ਵੀ ਉਹ ਆਪਦੀ ਜਾਨ ਬਚਾ ਸਕਦਾ। ਅੱਲਾਹ ਤਾਲਾ ਦੀ ਹਦੂਦ ਤੋਂ ਤਜਾਵਜ਼ ਨਾ ਕਰੇ, ਲੇਕਿਨ ਉਹ ਥੋੜ੍ਹਾ ਜਿਹਾ ਖਾ ਕੇ ਅਤੇ ਆਪਦੀ ਜਾਨ ਨੂੰ ਉਹ ਸੇਫ ਕਰ ਸਕਦਾ ਅਗਰ ਉਹਨੂੰ ਖਤਰਾ ਹੋਵੇ ਕਿ ਮੈਂ ਮਰਨ ਲੱਗਾ। ਪਰ ਇਹ ਕਿਤੇ ਨਹੀਂ ਲਿਖਿਆ ਕਿ ਤੁਸੀਂ ਅਗਰ ਭੁੱਖ ਨਾਲ ਮਰ ਰਹੇ ਹੋ ਤਾਂ ਜਾ ਕੇ ਤੁਸੀਂ ਕਿਸੇ ਦੇ ਡਾਕਾ ਮਾਰ ਲਓ ਜਾਂ ਚੋਰੀ ਕਰ ਲਓ, ਇਹ ਕਿਤੇ ਨਹੀਂ ਲਿਖਿਆ। ਸਾਡਾ ਮੁਆਸ਼ਰਾ ਜਿਹੜਾ ਹੋ ਚੁੱਕਿਆ, ਦੇਖੋ ਜਦੋਂ ਸਾਡਾ ਇਹ ਮੁਲਕ ਬਣਿਆ ਸੀ ਨਾ, ਲੋਕਾਂ ਦਾ ਇਹ ਸੋਚ ਸੀਗੀ ਉਸ ਟਾਈਮ ਦੇ ਜਿਹੜੇ ਮੁਸਲਮਾਨ ਸੀਗੇ ਕਿ ਅਸੀਂ ਜ਼ਮੀਨ ਦਾ ਇੱਕ ਐਸਾ ਟੁਕੜਾ, ਐਸਾ ਖਿੱਤਾ ਹਾਸਲ ਕਰਨਾ ਜਿਹਦੇ 'ਚ ਅਸੀਂ ਇਸਲਾਮ ਦੇ ਅਸੂਲਾਂ ਦੇ ਮੁਤਾਬਕ ਜ਼ਿੰਦਗੀ ਬਸਰ ਕਰਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਦੇਖੋ ਜੀ ਇਹ ਦੀਨ ਇਸਲਾਮ ਆ। ਯਾਨੀ ਇਸਲਾਮ ਦੇ ਅਸੂਲਾਂ ਦੇ ਮੁਤਾਬਕ ਸਾਡੀ ਸਿਆਸਤ, ਮਾਸ਼ਰ ਯਾਨੀ ਮਾਸ਼ਰਤੀ ਨਿਜ਼ਾਮ, ਮਈਸ਼ਤ, ਹਰ ਚੀਜ਼ ਜਿਹੜੀ ਆ ਉਹ ਇਸਲਾਮ ਦੇ ਅਸੂਲਾਂ ਦੇ ਮੁਤਾਬਕ ਹੋਊਗੀ, ਤਾਂ ਕਿ ਪੂਰੀ ਦੁਨੀਆ ਨੂੰ ਅਸੀਂ ਦੱਸ ਸਕਾਂਗੇ ਕਿ ਦੇਖੋ ਜੀ ਇਹ ਸਾਡਾ ਦੀਨ ਆ ਔਰ ਤੁਸੀਂ ਵੀ ਇਹਨੂੰ ਫੋਲੋ ਕਰੋ, ਇੰਨਾ ਅੱਛਾ। ਲੇਕਿਨ ਜਦੋਂ ਹੁਣ ਅਸੀਂ ਆਪਦੇ ਕਰੰਟ ਸਿਚੁਏਸ਼ਨ ਦੇਖਦੇ ਹਾਂ ਸਾਡੇ ਮੁਆਸ਼ਰੇ ਦੀ, ਸਾਡੇ ਮੁਆਸ਼ਰੇ ਦੇ ਵਿੱਚ ਮਿਲਾਵਟ ਆਮ ਆ ਹਰ ਚੀਜ਼ 'ਚ। ਠੀਕ ਹੈ ਜੀ। ਯਾਨੀ ਤੁਸੀਂ ਬਾਹਰੋਂ ਖਾਲਸ ਦੁੱਧ ਲੈਣ ਜਾਓ ਸ਼ੌਪ ਤੋਂ, ਤੁਹਾਨੂੰ ਉਹ ਨਹੀਂ ਪਤਾ ਕਿ ਇਹਦੇ 'ਚ ਪਾਊਡਰ ਮਿਕਸ ਆ ਜਾਂ ਪਾਣੀ ਮਿਕਸ ਆ ਜਾਂ ਖਾਦ ਆ, ਔਰ ਪਤਾ ਨਹੀਂ ਕੀ ਚੀਜ਼ਾਂ ਉਹਦੇ 'ਚ ਮਿਕਸ ਕੀਤੀਆਂ ਗਈਆਂ। ਇਸੇ ਤਰੀਕੇ ਦੇ ਨਾਲ ਤੁਸੀਂ ਗੋਸ਼ਤ ਲੈਣ ਜਾਓ, ਬਿਮਾਰ ਜਾਨਵਰਾਂ ਦਾ, ਮੁਰਦਾ ਜਾਨਵਰਾਂ ਦਾ ਗੋਸ਼ਤ ਉੱਥੋਂ ਮਿਲਣਾ। ਇਸੇ ਤਰੀਕੇ ਦੇ ਨਾਲ ਤੁਸੀਂ ਜਾ ਕੇ ਮੈਡੀਸਨ ਲੈਣ ਜਾਓ, ਤੁਹਾਨੂੰ ਇੱਕ ਨੰਬਰ ਨਹੀਂ ਮਿਲਣੀ, ਮਤਲਬ ਪਤਾ ਨਹੀਂ ਹੁੰਦਾ ਕਿ ਸਾਨੂੰ ਸਹੀ ਵੀ ਮਿਲਣਾ। ਖਾਣ ਵਾਲੀਆਂ ਚੀਜ਼ਾਂ ਅਸ਼ੈ ਖੁਰਦੋਨੋਸ਼, ਫਿਰ ਆ ਜਿਹੜੇ ਸਾਬਣ ਜਾਂ ਰੋਜ਼ਮਰਾ ਦੀਆਂ ਜਿੰਨੀਆਂ ਚੀਜ਼ਾਂ ਹੈਗੀਆਂ ਉਹ 'ਚ ਮਿਲਾਵਟ ਆ। ਔਰ ਫਿਰ ਤੁਸੀਂ ਦੇਖੋ ਕਿ ਜਾ ਕੇ ਅਦਾਲਤਾਂ 'ਚ ਦੇਖ ਲਓ, ਇਨਸਾਫ ਕੋਈ ਨਹੀਂ, ਵਿਕ ਰਿਹਾ। ਇਸੇ ਤਰੀਕੇ ਦੇ ਨਾਲ ਅਸੀਂ ਆਪਦਾ ਕੋਈ ਜਾਇਜ਼ ਕੰਮ ਕਰਾਉਣ ਜਾਈਏ, ਰਿਸ਼ਵਤ ਮੰਗੀ ਜਾ ਰਹੀ ਆ, ਸਿਫਾਰਿਸ਼ ਲੋਕ ਕਰ ਰਹੇ ਆ। ਇਸੇ ਤਰੀਕੇ ਦੇ ਨਾਲ ਤੁਸੀਂ ਅਗਰ ਜਾ ਕੇ ਦੇਖੋ ਕਿ ਕੋਈ ਵੀ ਤੁਸੀਂ ਕੰਮ ਕਰਨਾ ਨਾ ਉਹ ਤੁਹਾਡਾ ਆਸਾਨੀ ਨਾਲ ਨਹੀਂ ਹੋਣਾ ਅਗਰ ਤੁਸੀਂ ਗਰੀਬ ਆ ਜਾਂ ਤੁਹਾਡੇ ਕੋਲ ਕੋਈ ਸਿਫਾਰਿਸ਼ ਨਹੀਂ ਹੈਗੀ। ਇਹੀ ਤੁਸੀਂ ਉਸ ਦਿਨ ਕਹਿ ਰਹੇ ਸੀ ਕਿ ਗਰੀਬ ਔਰ ਅਮੀਰ ਵਾਸਤੇ ਇੱਕ ਅਸੂਲ ਹੋਣਾ ਚਾਹੀਦਾ। ਹੁਣ ਇੱਦਾਂ ਦਾ ਮਾਹੌਲ ਦੇਖ ਕੇ ਅਸੀਂ ਦੁਨੀਆ ਨੂੰ ਕੀ ਕਵਾਂਗੇ ਕਿ ਤੁਸੀਂ ਸਾਨੂੰ ਫੋਲੋ ਕਰੋ? ਕੋਈ ਦੁਨੀਆ ਮੰਨੂਗੀ ਸਾਡੀ ਗੱਲ? ਯਾਨੀ ਜਿਹੜਾ ਮੁਲਕ ਅਸੀਂ ਇਸ ਵਾਸਤੇ ਹਾਸਿਲ ਕੀਤਾ ਸੀ ਕੁਰਬਾਨੀਆਂ ਦੇ ਕੇ ਕਿ ਅਸੀਂ ਇਹਦੇ 'ਚ ਇਸਲਾਮ ਦੇ ਅਸੂਲਾਂ
ਦੇ ਮੁਤਾਬਕ ਜ਼ਿੰਦਗੀ ਬਸਰ ਕਰਾਂਗੇ ਔਰ ਇਸਲਾਮ ਦੇ ਅਸੂਲਾਂ ਨੂੰ ਪ੍ਰੈਕਟਿਸ ਕਰਾਂਗੇ, ਉਹਦੇ ਮੁਤਾਬਕ ਚੱਲਾਂਗੇ, ਸਾਡੇ ਮੁਲਕ 'ਚ ਅਦਲ ਇਨਸਾਫ ਹੋਊਗਾ, ਮੁਆਸ਼ਰਾ ਤਰੱਕੀ ਕਰੂਗਾ, ਇਨਸਾਨੀ ਹਕੂਕ ਦਾ ਖਿਆਲ ਰੱਖਿਆ ਜਾਊਗਾ, ਠੀਕ ਹੈ, ਮੁਲਕ 'ਚ ਅਦਲ ਇਨਸਾਫ ਹੋਊਗਾ, ਅਕਲੀਤਾਂ ਨੂੰ ਤਹਫੁਜ਼ ਹੋਊਗਾ ਔਰ ਮੁਲਕ ਦੇ ਵਿੱਚ ਸੂਦੀ ਨਿਜ਼ਾਮ ਖਤਮ ਕੀਤਾ ਜਾਊਗਾ ਔਰ ਇਸਲਾਮ ਦੇ ਅਸੂਲਾਂ ਨੂੰ ਅਸੀਂ ਪ੍ਰੈਕਟਿਸ ਕਰਾਂਗੇ। ਪਰ ਜਿੱਦਾਂ ਦਾ ਹੁਣ ਸਾਡਾ ਮਾਸ਼ਰਾ ਹੋ ਗਿਆ, ਯਾਨੀ ਮਿਲਾਵਟ ਆ, ਰਿਸ਼ਵਤ ਆ, ਹੇਰਾ ਫੇਰੀ, ਬਦਦਿਆਨਤੀ, ਕਰਪਸ਼ਨ, ਲੁੱਟ ਮਾਰ, ਇੱਕ ਦੂਜੇ ਦੀ ਯਾਨੀ ਨਾ ਇਨਸਾਫੀ, ਇੱਕ ਤੁਹਾਡਾ ਜਾਇਜ਼ ਮੁਤਾਲਬਾ ਯਾਨੀ ਇੱਕ ਜਾਇਜ਼ ਤੁਹਾਡਾ ਕੋਈ ਮਤਲਬ ਹੱਕ ਆ ਨਾ, ਉਹ ਹਾਸਿਲ ਕਰਨ ਲਈ ਤੁਹਾਨੂੰ ਕਈ ਸਾਲ ਲੱਗ ਜਾਂਦੇ। ਕੋਈ ਕੇਸ ਤੁਹਾਡੇ ਜਾਲੀ ਕੋਈ ਬੰਦਾ ਪਾ ਦਿੰਦਾ, ਉਹਨੂੰ ਖਤਮ ਕਰਨ ਲਈ ਤੁਹਾਨੂੰ ਮਤਲਬ ਆਪਦਾ ਕਈ ਸਾਲ ਦਾ ਜਿਹੜਾ ਨਾ ਉਹ ਵਕਤ ਤੁਹਾਡਾ ਬਰਬਾਦ ਹੋ ਜਾਂਦਾ। ਹੁਣ ਇਦਾਂ ਦੇ ਮਾਹੌਲ ਦੇ ਵਿੱਚ ਅਗਰ ਤੁਸੀਂ ਇਬਾਦਤ ਕਰ ਰਹੇ ਆ, ਅੱਛਾ ਭਾਜੀ, ਇੱਕ ਔਰ ਆਪਣੇ ਜ਼ਿਹਨ 'ਚ ਤੁਸੀਂ ਇਹ ਬਿਠਾ ਰਹੇ ਆ ਕਿ ਠੀਕ ਆ ਮੈਂ ਰਿਸ਼ਵਤ ਲੈਣ ਵਾਲਾ ਕਵੇ ਜੀ ਮੈਂ ਰਿਸ਼ਵਤ ਇੱਦਾਂ ਹੀ ਲੈਣੀ ਆ, ਕਰਪਸ਼ਨ ਇੱਦਾਂ ਹੀ ਕਰਨੀ ਆ, ਬਦਦਿਆਨਤੀ ਇੱਦਾਂ ਹੀ ਕਰਨੀ ਆ, ਹਰਾਮ ਇੱਦਾਂ ਹੀ ਖਾਣਾ, ਲੁੱਟਮਾਰ ਇੱਦਾਂ ਹੀ ਕਰਨੀ ਆ, ਬਦਦਿਆਨਤੀ ਇੱਦਾਂ ਹੀ ਕਰਨੀ, ਗਰੀਬਾਂ ਦਾ ਮਾਲ ਇੱਦਾਂ ਹੀ ਗਸਬ ਕਰਨਾ, ਹਮਸਾਇਆਂ ਨੂੰ ਇੱਦਾਂ ਹੀ ਤੰਗ ਕਰਨਾ, ਔਰ ਨਾਲ ਮੈਂ ਇਬਾਦਤ ਵੀ ਕਰੀ ਜਾਊਂਗਾ, ਤੇ ਉਹ ਇਬਾਦਤ ਉਹਦੀ ਕਿਸ ਖਾਤੇ 'ਚ ਜਾਊਗੀ? ਇਹੀ ਮੈਂ ਤੁਹਾਡੇ ਕੋਲ ਸਵਾਲ ਕਰਨਾ ਸੀ। ਦੂਸਰਾ ਸਵਾਲ ਮੇਰਾ ਇਹ ਸੀ ਕਿ ਜਿਹੜਾ ਮਤਲਬ ਇਹਦਾ ਹੱਕ ਵੀ ਖਾਈ ਜਾਵੇ, ਮਾਂ ਪਿਓ ਦਾ ਗੁਸਤਾਖ ਵੀ ਹੋਵੇ, ਚੁਗਲੀ ਪਾਏ ਨਾ, ਤੇਰੀ ਗੱਲ ਮੇਰੇ ਕੋਲ, ਮੇਰੀ ਤੇਰੇ ਕੋਲ, ਇਹ ਵੀ ਕਰਦਾ ਰਵੇ, ਮਸਾਇਆਂ ਨੂੰ ਤੰਗ ਕਰਦਾ ਹੋਵੇ, ਹੈ, ਤੇ ਇਹੀ ਮੇਰਾ ਸਵਾਲ ਸੀ ਜਿਹੜਾ ਤੁਸੀਂ ਗੱਲ ਕਰਤੀ ਆ ਕਿ ਉਹਦੇ ਮਤਲਬ ਇਬਾਦਤ ਦੇ ਬਾਰੇ ਕਬੂਲ ਆ ਹੁੰਦੀ ਕਿ ਜਿਹੜਾ ਮਤਲਬ ਮਸਾਇਆਂ ਨੂੰ? ਯਾਰ ਦੇਖੋ, ਜਿੱਥੋਂ ਤੱਕ ਤੇ ਇਬਾਦਤ ਦੀ ਕਬੂਲੀਅਤ ਦਾ ਤਲਕ ਆ, ਉਹ ਤੇ ਅੱਲਾ ਰੱਬੁਲ ਇੱਜ਼ਤ ਵਾਹਦਹੁ ਲਾ ਸ਼ਰੀਕ, ਉਹ ਤੇ ਅੱਲਾ ਪਾਕ ਨੂੰ ਹੀ ਪਤਾ। ਇੱਕ ਬੰਦਾ ਇਬਾਦਤ ਕਰਦਾ ਵਾ, ਨੇਕੀ ਦਾ ਕੰਮ ਕਰਦਾ, ਕੋਈ ਨੇਕ ਅਮਲ ਕਰਦਾ ਵਾ, ਉਹਦੀ ਇਬਾਦਤ ਕਬੂਲ ਹੋਣੀ ਜਾਂ ਨਹੀਂ ਹੋਣੀ ਇਹ ਕਿਸੇ ਇਨਸਾਨ ਨੂੰ ਨਹੀਂ ਪਤਾ, ਇਹ ਤੇ ਅੱਲਾ ਪਾਕ ਨੂੰ ਹੀ ਪਤਾ, ਠੀਕ ਹੈ ਜੀ। ਅੱਲਾ ਪਾਕ ਚਾਹਵੇ ਤੇ ਇੱਕ ਛੋਟੀ ਜਿਹੀ ਨੇਕੀ ਤੋਂ ਬੰਦੇ ਨੂੰ ਬਖਸ਼ ਸਕਦਾ, ਉਹ ਗਫੂਰ ਰਹੀਮ ਆ, ਠੀਕ ਹੈ ਜੀ। ਉਹਦੇ ਬਾਰੇ 'ਚ ਇਨਸਾਨ ਤਾਂ ਕੁਛ ਨਹੀਂ ਕਹਿ ਸਕਦਾ, ਲੇਕਿਨ ਇਹ ਕਨਸੈਪਟ ਅਗਰ ਸਾਡੇ ਜ਼ਿਹਨ 'ਚ ਬਿਠਾ ਲਿਆ ਜਾਵੇ, ਇਹ ਵੇਖੋ ਨਾ ਕਿ ਅੱਲਾ ਪਾਕ ਨੇ ਰਸਤੇ ਵੀ ਦੱਸੇ ਨਾ, ਹਾਂ, ਕਿ ਹੁਣ ਅਸੀਂ ਹਰ ਪੁੱਠਾ ਕੰਮ ਕਰੀ ਜਾਈਏ, ਹਰ ਗਲਤ ਕੰਮ ਕਰੀਏ, ਮਾਂ ਬਾਪ ਦੀ ਜਿਹਦਾ ਤੂੰ ਕਿਹਾ ਨਾਫਰਮਾਨੀ, ਮਿਲਾਵਟ, ਰਿਸ਼ਵਤ, ਕਰਪਸ਼ਨ, ਹਰ ਤਰ੍ਹਾਂ ਦਾ ਬੁਰਾ ਕੰਮ, ਕਿ ਅੱਲਾ ਮਾਫ ਕਰ ਦੂ, ਹਾਂ ਅੱਲਾ ਮਾਫ ਕਰ ਦੂ, ਕਿਉਂਕਿ ਉਹ ਹਕੂਕੁਲ ਇਬਾਦ ਜਿਹੜੇ ਆ ਨਾ, ਉਹਦੇ ਵਿੱਚ ਮਾਫੀ ਜਿਹੜੀ ਆ ਉਹ ਇਦਾਂ ਨਹੀਂ ਮਿਲਦੀ ਵੀ ਤੁਸੀਂ ਹੱਕ ਲੋਕਾਂ ਦਾ ਖਾ ਲਓ ਤੇ ਬਾਅਦ ਜਾ ਕੇ ਤੁਸੀਂ ਮਾਫੀ ਅੱਲਾ ਤੋਂ ਮੰਗੋ। ਉਹ ਤੇ ਫਿਰ ਉਹ ਹਦੀਸ ਸ਼ਰੀਫ ਮੌਜੂਦ ਆ, ਇਹ ਬੜੀ ਵਜ਼ਾਹਤ ਨਾਲ ਇੱਕ ਹਦੀਸ ਉਹਦਾ ਮਫਹੂਮ ਇਹ ਆ ਕਿ ਕਿਆਮਤ ਵਾਲੇ ਦਿਨ ਨਾ ਇੱਕ ਬੰਦਾ ਨੇਕੀਆਂ ਲੈ ਕੇ ਆਊਗਾ, ਉਹਦ ਪਹਾੜ ਜਿੰਨੇ ਉੱਕੋ ਨੇਕੀਆਂ ਹੋਣਗੀਆਂ, ਪਰ ਉਹ ਬੰਦਾ ਜਿਹੜਾ ਉਹਦੀਆਂ ਨੇਕੀਆਂ ਆਸਤਾ ਆਸਤਾ ਇੱਦਾਂ ਖਤਮ ਹੋਣਗੀਆਂ ਕਿ ਉਹਨੇ ਲੋਕਾਂ ਨਾਲ ਜ਼ਿਆਦਤੀ ਕੀਤੀ ਹੋਊਗੀ ਔਰ ਫਿਰ ਉਹਦੀਆਂ ਨੇਕੀਆਂ ਨੂੰ ਦਿੱਤੀਆਂ ਜਾਣਗੀਆਂ, ਲੇਕਿਨ ਉਹਦੀਆਂ ਨੇਕੀਆਂ ਖਤਮ ਹੋ ਜਾਣਗੀਆਂ, ਲੇਕਿਨ ਹੱਲੇ ਵੀ ਹੱਕਦਾਰ ਖੜੇ ਹੋਣਗੇ, ਫਿਰ ਉਹਨਾਂ ਦੇ ਗੁਨਾਹ ਉਹਦੇ ਖਾਤੇ 'ਚ ਪਾਤੇ ਜਾਣਗੇ। ਇਹ ਵੀ ਹਦੀਸ ਉਲਮਾ ਕਰਾਮ ਤੋਂ ਸੁਣੀ। ਗੱਲ ਇਹ ਆ ਕਰਨ ਦਾ ਮਕਸਦ ਕਿ ਹਰ ਬੰਦਾ ਜਿਹੜਾ ਕਿ ਨਹੀਂ ਉਹਨੂੰ ਸਹੀ ਇਸਲਾਮ ਨੂੰ ਸਮਝਣਾ ਚਾਹੀਦਾ। ਜਿਹੜੇ ਹਕੂਕੁल्लाह ਵਾ, ਅੱਲਾਹ ਤਾਲਾ ਦੇ ਹਕੂਕ ਆ, ਉਹਦੇ ਵਿੱਚ ਸਾਨੂੰ ਰਾਇਤਾਂ ਦੇ ਦੇਣੀਆਂ ਔਰ ਸ਼ਿਰਕ ਨਹੀਂ ਮਾਫ ਹੋਣਾ, ਜਿਹੜਾ ਅੱਲਾਹ ਤਾਲਾ ਨਾਲ ਕਿਸੇ ਨੂੰ ਸ਼ਰੀਕ ਬਣਾਉਣਾ। ਬਾਕੀ ਹਰ ਗੁਨਾਹ ਜਿਹੜਾ ਹੈਗਾ ਉਹਦੇ 'ਚ ਅੱਲਾਹ ਪਾਕ ਸਾਨੂੰ ਮਾਫ ਕਰ ਸਕਦਾ ਉਹਦੇ ਫਜ਼ਲ ਨਾਲ, ਲੇਕਿਨ ਜਿਹੜੇ ਹਕੂਕੁਲ ਇਬਾਦ ਆ, ਬੰਦਿਆਂ ਦੇ ਹਕੂਕ ਆ, ਉਹਦੀ ਮਾਫੀ ਉਨੀ ਦੇਰ ਨਹੀਂ ਮਿਲਣੀ ਜਿੰਨੀ ਦੇਰ ਅਸੀਂ ਉਸ ਬੰਦੇ ਤੋਂ ਮਾਫੀ ਨਾ ਮੰਗੀਏ ਔਰ ਉਹਦਾ ਹੱਕ ਉਹਨਾਂ ਦੇ। ਇਹ ਜਿਹੜਾ ਕਿ ਤੁਸੀਂ ਯਤੀਮ ਦਾ ਮਾਲ ਖਾ ਜਾਂਦੇ ਆ ਜਾਂ ਕਿਸੇ ਗਰੀਬ ਨੂੰ ਤੁਸੀਂ ਤੰਗ ਕਰਕੇ ਨਾਹਕ ਉਹਦਾ ਮਾਲ ਗਸਬ ਕਰ ਲੈਂਦੇ ਆ, ਤੇ ਮਾਫੀ ਤੁਸੀਂ ਜਾ ਕੇ ਅੱਲਾਹ ਤੋਂ ਮੰਗਣਾ ਹੈ, ਪਰ ਅੱਲਾਹ ਤਾਲਾ ਨੇ ਵੀ ਇਹ ਕਿਹਾ ਕਿ ਪਹਿਲਾਂ ਉਹ ਤੋਂ ਮਾਫੀ ਮੰਗੋ ਔਰ ਉਹਦਾ ਮਾਲ ਉਹਨੂੰ ਵਾਪਸ ਕਰੋ। ਇਹ ਕਨਸੈਪਟ ਹੈਗਾ। ਹੁਣ ਗੱਲ ਹੈਗੀ ਆਪਣਾ ਮੁਆਸ਼ਰਾ ਜਿੱਦਾਂ ਹੋ ਚੁੱਕਿਆ ਬਦਕਿਸਮਤੀ ਨਾਲ ਕਿ ਮਤਲਬ ਇਹਦੇ 'ਚ ਰਿਸ਼ਵਤ, ਕਰਪਸ਼ਨ, ਬਦਦਿਆਨਤੀ, ਲੂਟਮਾਰ, ਮਿਲਾਵਟ, ਇਹ ਬੁਰਾਈਆਂ ਅਸੀਂ ਇਹਨਾਂ ਨੂੰ ਬੁਰਾਈਆਂ ਹੀ ਨਹੀਂ ਸਮਝਦੇ। ਅਗਰ ਦੇਖਿਆ ਜਾਵੇ ਨਾ, ਅਸੀਂ ਇਹਨਾਂ ਨੂੰ ਬੁਰਾਈਆਂ ਨਹੀਂ ਸਮਝਦੇ। ਔਰ ਕਈ ਲੋਕਾਂ ਦੇ ਨਾਲ ਮੇਰੀ ਇਸ ਮੌਜੂ 'ਤੇ ਗੱਲ ਹੋਈ ਕਿ ਦੇਖੋ ਸਾਡੀ ਇਬਾਦਤਾਂ ਦਾ ਯਾਨੀ ਕਿਸ ਖਾਤੇ 'ਚ ਜਾਣਗੀਆਂ ਕਿ ਅਸੀਂ ਮਤਲਬ ਇੱਕ ਆਪਣੇ ਆਪ ਨੂੰ ਇੱਕ ਧੋਖਾ ਦੇਣ ਵਾਲੀ ਗੱਲ ਹੀ ਹੈ ਨਾ ਕਿ ਅਸੀਂ ਕਹਿ ਰਹੇ ਹਾਂ ਯਾਰ ਅਸੀਂ ਆ ਪੁੱਠੇ ਕੰਮ ਇੱਦਾਂ ਹੀ ਕਰਨੇ ਆ, ਇਹਦੇ 'ਚ ਸਾਨੂੰ ਕੋਈ ਰੱਬ ਰਸੂਲ ਦਾ ਸਾਨੂੰ ਖੌਫ ਨਹੀਂ ਰਿਹਾ ਤੇ ਬਸ ਅਸੀਂ ਮਾੜੀ ਮੋਟੀ ਇਬਾਦਤ ਕਰ ਲਈਏ ਤੇ ਅਸੀਂ ਬਖਸ਼ੇ ਜਾਵਾਂਗੇ। ਭਾਈ ਹੁਣ ਮਾਂ ਬਾਪ ਦੇ ਬਾਰੇ ਅੱਲਾਹ ਪਾਕ ਨੇ ਕਿੰਨਾ ਮਤਲਬ, ਬਿਲਕੁਲ ਜੀ, ਮਾਂ ਬਾਪ ਤੇ ਮਾਂ ਦੇ ਪੈਰਾਂ ਥੱਲੇ ਜੰਨਤ ਆ ਸਾਡੇ। ਤੇ ਅੱਜ ਕੱਲ ਜਿਹੜਾ ਬਾਪ ਆ ਮਤਲਬ ਔਲਾਦ ਜਿਹੜੀ ਮਾਂ ਬਾਪ ਨੂੰ ਕੀ ਸਮਝਦੀ ਆ
ਇਹ ਤੇ ਬਿਲਕੁਲ ਬਹੁਤ ਇਹ ਅੱਲਾਹ ਪਾਕ ਨੇ ਮਾਫ ਕਰਨਾ ਜਿਹੜਾ ਮਾਂ ਪਿਓ ਦਾ ਗੁਸਤਾਖ ਹੋਇਆ। ਨਹੀਂ ਇਹ ਤੇ ਬਹੁਤ ਉਹਦੇ ਵਾਸਤੇ ਸਜ਼ਾ ਵਾ। ਇਹ ਗੁਨਾਹ ਕਬੀਰਾ ਚ ਜਿਹੜਾ ਮਾਂ-ਬਾਪ ਦਾ ਨਾਫਰਮਾਨੀ ਨਾ, ਹਾਂ ਇਹ ਜਿੱਦਾਂ ਸ਼ਿਰਕ ਆ, ਕਿਸੇ ਦਾ ਨਾਹਕ ਕਤਲ ਆ, ਇਸੇ ਤਰੀਕੇ ਨਾਲ ਮਾਂ-ਬਾਪ ਦੀ ਨਾਫਰਮਾਨੀ, ਇਹ ਮੈਂ ਸੁਣਿਆ ਉਲਮਾ ਕਰਾਮ ਤੋਂ ਕਿ ਇਹ ਗੁਨਾਹ ਕਬੀਰਾ ਚ ਸ਼ਾਮਲ ਹੁੰਦਾ। ਕਿ ਉਲਮਾ ਕਰਾਮ ਮਾਂ-ਬਾਪ ਦੇ ਬਾਰੇ ਬੜੀ ਵਜ਼ਾਹਤ ਦੇ ਨਾਲ ਦੱਸਦੇ ਆ ਕਿ ਮਾਂ-ਬਾਪ ਦੀ ਨਾਰਾਜ਼ਗੀ ਅੱਲਾਹ ਦੀ ਨਾਰਾਜ਼ਗੀ। ਅਸਲ ਚੀਜ਼ ਇਹ ਹੈ ਕਿ ਦੀਨ ਦਾ ਜਿਹੜਾ ਕਨਸੈਪਟ ਹੈ ਨਾ, ਇਹਨੂੰ ਸਮਝਣਾ ਚਾਹੀਦਾ ਕਿ ਅਮਸ਼ਰਤੀ ਬੁਰਾਈਆਂ ਜਿੰਨੀਆਂ ਵੀ ਹੈਗੀਆਂ, ਜਦ ਤੱਕ ਅਸੀਂ ਇਹਨਾਂ ਨੂੰ ਖਤਮ ਨਹੀਂ ਕਰਾਂਗੇ ਔਰ ਖ਼ਾਸ ਤੌਰ 'ਤੇ ਅਸੀਂ ਹਕੂਕੁਲ ਇਬਾਦ ਦਾ ਖਿਆਲ ਨਹੀਂ ਰੱਖਾਂਗੇ, ਉਨੀ ਦੇਰ ਤੱਕ ਕੰਮ ਸਹੀ ਨਹੀਂ ਹੋਣਾ, ਮੁਆਸ਼ਰਾ ਠੀਕ ਨਹੀਂ ਹੋ ਸਕਦਾ। ਮੁਆਸ਼ਰਾ ਠੀਕ ਉਦੋਂ ਹੀ ਹੋਊਗਾ ਜਦੋਂ ਅਸੀਂ ਹਕੂਕੁਲ ਇਬਾਦ ਦਾ ਖਿਆਲ ਰੱਖਾਂਗੇ, ਲੋਕਾਂ ਦੇ ਹਕੂਕ ਦਾ ਖਿਆਲ ਰੱਖਾਂਗੇ। ਸਾਰਿਆਂ ਤੋਂ ਪਹਿਲੇ ਆਪਣੇ ਵਾਲਦੈਨ, ਬੀਵੀ ਬੱਚਿਆਂ ਦੇ ਹਕੂਕ, ਭੈਣਾਂ ਭਾਈਆਂ ਦੇ ਹਕੂਕ, ਹਮਸਾਇਆਂ ਦੇ ਹਕੂਕ, ਅਸੀਂ ਜਦ ਤੱਕ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਾਂਗੇ ਉਨੀ ਦੇਰ ਤੱਕ ਸਾਡਾ ਮੁਆਸ਼ਰਾ ਕਦੀ ਵੀ ਠੀਕ ਨਹੀਂ ਹੋਣਾ। ਇਬਾਦਤ ਤੁਸੀਂ ਜਿੰਨੀ ਮਰਜ਼ੀ ਕਰੀ ਜਾਓ, ਉਹ ਅੱਲਾ ਨੇ ਕਬੂਲ ਕਰਨੀ ਆ, ਉਹ ਬੰਦੇ ਦਾ ਤਾਂ ਅੱਲਾ ਦਾ ਮਾਮਲਾ ਹੈਗਾ, ਲੇਕਿਨ ਹਕੂਕੁਲ ਇਬਾਦ ਦਾ ਖਿਆਲ ਰੱਖਣਾ ਚਾਹੀਦਾ।